VTV ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡੀ ਹੋਸਟ ਦੋਸਤ ਸ਼ਫਾਲੀ। ਅੱਜ ਦਾ ਸਾਡਾ ਟੌਪਿਕ ਹੈਗਾ ਮੌਰਗੇਜ 2022 ਟ੍ਰੈਂਡਸ ਤੇ ਇਹ ਸ਼ੋਅ ਸਪਾਂਸਰਡ ਹੈਗਾ ਦ ਮਹਾਰਾਜਾ ਕੈਬਨਿਟਸ ਵੱਲੋਂ। ਇਹ ਟੌਪਿਕ ਤੇ ਸਾਡੇ ਨਾਲ ਗੱਲ ਕਰਨ ਵਾਸਤੇ ਜੁੜੇ ਹੋਏ ਨੇ ਅਨਿਲ ਕੁਮਾਰ ਜੀ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ ਅਨਿਲ, ਵੈਲਕਮ ਟੂ ਦ ਸ਼ੋਅ। ਥੈਂਕ ਯੂ ਸ਼ਿਫਾਲੀ। VTV ਦੇ ਸਾਰੀ ਸ਼ਰੋਤਾਵਾਂ ਨੂੰ ਮੇਰੀ ਤਰਫੋਂ ਸਤਿ ਸ਼੍ਰੀ ਅਕਾਲ ਤੇ ਪਿਆਰ ਭਰੀ ਨਮਸਕਾਰ। ਅਨਿਲ ਜੀ, ਤੁਸੀਂ ਦਰਸ਼ਕਾਂ ਨੂੰ ਆਪਣੇ ਬਾਰੇ ਕੁਝ ਦੱਸਣਾ ਚਾਹੋਗੇ? ਹਾਂਜੀ ਸ਼ਿਫਾਲੀ ਜੀ, ਮੇਰਾ ਨਾਮ ਅਨਿਲ ਕੁਮਾਰ ਹੈ। ਮੈਂ ਇੰਡੀਪੈਂਡੈਂਟ ਮੌਰਗੇਜ ਐਕਸਪਰਟ ਹਾਂ ਪਿਛਲੇ 4 ਸਾਲਾਂ ਤੋਂ। ਉਸ ਤੋਂ ਪਹਿਲੇ ਵੀ ਮੈਂ ਹੋਮ ਇੰਪਰੂਵਮੈਂਟ ਇੰਡਸਟਰੀ ਵਿੱਚ ਕੰਮ ਕੀਤਾ, ਬਿਕੋਜ਼ ਆਫ ਵਿਚ ਮੈਨੂੰ ਘਰਾਂ ਦੇ ਬਾਰੇ, ਰੈਜ਼ੀਡੈਂਸ ਫਾਈਨੈਂਸਿੰਗ ਦੇ ਬਾਰੇ 'ਚ ਨੌਲੇਜ ਸੀ। ਬਟ ਸਿੰਸ ਲਾਸਟ 4 years ਮੈਂ ਫੁੱਲ ਟਾਈਮ ਮੌਰਗੇਜ ਐਕਸਪਰਟ ਹਾਂ ਇੰਡੀਪੈਂਡੈਂਟ ਮੌਰਗੇਜ ਐਕਸਪਰਟਸ ਮੀਨਸ ਦੈਟ ਵੀ ਡੀਲ ਵਿਦ 14 to 15 ਡਿਫਰੈਂਟ ਬੈਂਕਸ ਤੇ ਨਾਲ ਪ੍ਰਾਈਵੇਟ ਮੌਰਗੇਜਿਸ ਵੀ ਕੁਝ ਸਿਚੁਏਸ਼ਨਸ ਵਿੱਚ ਸਾਨੂੰ ਜ਼ਰੂਰ ਲੋੜ ਪੈ ਜਾਂਦੀ ਹੈ। ਵੀ ਡੀਲ ਵਿਦ ਦੋਜ਼ ਐਜ਼ ਵੈਲ। ਸੋ ਵੀ ਆਰ ਨਾਟ ਟਾਈਡ ਟੂ ਵਨ ਪਰਟੀਕੂਲਰ ਬੈਂਕ, ਵੀ ਆਰ ਟਾਈਡ ਟੂ ਡਿਫਰੈਂਟ ਬੈਂਕਸ। ਸੋ ਵੀ ਵਰਕ ਜਿਹੜੀ ਸਾਡੇ ਕਸਟਮਰਸ ਦੀ ਰਿਕੁਆਇਰਮੈਂਟ ਅਤੇ ਉਹਨਾਂ ਦੀ ਪ੍ਰੋਫਾਈਲ ਜਿਹੜੇ ਫਿਟ ਬੈਠਦੀ ਚੀਜ਼ਾਂ। ਥੈਂਕ ਯੂ। ਅੱਜ ਦਾ ਸਾਡਾ ਟੌਪਿਕ ਹੈਗਾ ਮੌਰਗੇਜ 2022 ਦੇ ਟ੍ਰੈਂਡਸ ਬਾਰੇ, ਪਰ ਤੁਸੀਂ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਕਿ ਮੌਰਗੇਜ ਹੁੰਦੀ ਕੀ ਹੈ? ਯੈਸ, ਮੌਰਗੇਜ ਜਿਹਨੂੰ ਅਸੀਂ ਸਰਲ ਭਾਸ਼ਾ ਵਿੱਚ ਹੋਮ ਲੋਨ ਵੀ ਕਹਿੰਦੇ ਹਾਂ, ਅਗਰ ਪੰਜਾਬੀ 'ਚ ਗੱਲ ਕਰੀਏ। ਬੇਸਿਕਲੀ ਕਿ ਜਦ ਤੁਸੀਂ ਘਰ ਲੈਣਾ ਹੈ, ਸੋ ਐਡਵਾਈਜ਼ੇਬਲ ਨਹੀਂ ਹੈ ਕਿ ਤੁਸੀਂ ਸਾਰਾ ਪੈਸਾ ਆਪਣਾ ਲਾਓ। ਤੁਸੀਂ 10 ਤੋਂ 20 ਮਤਲਬ ਐਕਚੁਅਲੀ 5 ਤੋਂ ਸਟਾਰਟ ਹੋ ਜਾਂਦਾ, ਪਰ ਤੁਸੀਂ 5 ਤੋਂ 20-25% ਆਪਣੀ ਡਾਊਨ ਪੇਮੈਂਟ ਕਰ ਦਿਓ ਅਤੇ ਬਾਕੀ ਬੈਂਕ ਕੋਲੋਂ ਲੋਨ ਲੈ ਸਕਦੇ ਹੋ। ਅਤੇ ਦੈਟ ਇਜ਼ ਗੁੱਡ, ਕਿਉਂਕਿ ਅੱਜ ਕੱਲ੍ਹ ਰੇਟ ਆਫ ਇੰਟਰਸਟ ਲੋਨ ਬੈਂਕ ਮਤਲਬ ਰੈਜ਼ੀਡੈਂਸ਼ੀਅਲ ਲੋਨਸ ਦੇ ਰੇਟ ਆਫ ਇੰਟਰਸਟ ਕਾਫੀ ਘੱਟ ਰਹਿੰਦੇ ਨੇ। ਸੋ ਇਟਸ ਬੈਟਰ ਦੈਟ ਅਗਰ ਤੁਹਾਡੇ ਕੋਲ ਜ਼ਿਆਦਾ ਪੈਸਾ ਵੀ ਹੈ, ਤੁਸੀਂ ਉਹ ਕਿਤੇ ਹੋਰ ਇਨਵੈਸਟ ਕਰ ਲਓ ਅਤੇ ਆਪਣਾ ਘਰ ਜਿਹੜਾ ਤੁਸੀਂ ਲੈ ਰਹੇ ਹੋ 5 to 20-25% ਡਾਊਨ ਪੇਮੈਂਟ ਦੇ ਕੇ ਤੁਸੀਂ ਬਾਕੀ ਲੋਨ ਬੈਂਕ ਤੋਂ ਲੈ ਸਕਦੇ ਹੋ। ਸ਼ਿਵਾਲੀ ਜੀ, ਮੌਰਗੇਜ ਦੇ ਲੈਣ ਦੇ 3 ਮੇਜਰ ਕ੍ਰਾਈਟੇਰੀਆਜ਼ ਨੇ। ਪਹਿਲੀ ਚੀਜ਼ ਤੁਹਾਡੀ ਇਨਕਮ, ਮਤਲਬ ਤੁਸੀਂ ਜੋਬ ਵਿੱਚ ਹੋ, ਕਿੰਨੇ ਟਾਈਮ ਤੋਂ ਹੋ, ਤੁਹਾਡਾ ਬਿਜ਼ਨਸ ਹੈ ਅਤੇ ਇਨਕੋਰਪੋਰੇਟਿਡ ਹੈ ਜਾਂ ਸੋਲ ਪ੍ਰੋਪਰਾਈਟਰਸ਼ਿਪ ਹੈ, ਕਿੰਨੇ ਸਾਲ ਤੋਂ ਹੋ ਰਿਹਾ। ਇੱਕ ਇਹ ਚੀਜ਼ ਦੇਖਦਾ ਬੈਂਕ। ਦੂਜੀ ਚੀਜ਼ ਹੈ ਤੁਹਾਡਾ ਕ੍ਰੈਡਿਟ ਸਕੋਰ। ਤੁਸੀਂ ਸੁਣਿਆ ਹੋਣਾ ਕ੍ਰੈਡਿਟ ਸਕੋਰ ਚੰਗਾ ਹੋਣਾ। ਨਾਰਥ ਅਮਰੀਕਾ ਵਿੱਚ ਅਸੀਂ ਰਹਿੰਦੇ ਹਾਂ ਅਤੇ ਕ੍ਰੈਡਿਟ ਸਕੋਰ ਸਾਡਾ ਚੰਗਾ ਹੋਣਾ ਜ਼ਰੂਰੀ ਹੈ। ਕ੍ਰੈਡਿਟ ਸਕੋਰ ਬੇਸਿਕਲੀ ਜਿਹੜਾ ਇਟਸ ਅ ਰਿਫਲੈਕਸ਼ਨ ਆਫ ਤੁਸੀਂ ਆਪਣੇ ਲੋਨਸ ਨੂੰ ਅਤੇ ਡੈਟ ਨੂੰ ਕਿਸ ਤਰ੍ਹਾਂ ਹੈਂਡਲ ਕਰਦੇ ਹੋ। ਅਤੇ ਬੈਂਕ ਨੂੰ ਤੁਹਾਡਾ ਕ੍ਰੈਡਿਟ ਸਕੋਰ ਦੇਖ ਕੇ ਬੈਂਕ ਨੂੰ ਆਈਡੀਆ ਲੱਗ ਜਾਂਦਾ ਕਿ ਵੀ ਹਾਂ, ਅਗਰ ਉਹ ਤੁਹਾਨੂੰ ਲੋਨ ਦੇਗਾ ਆਰ ਯੂਰ ਸਪੈਂਡਿੰਗ ਹੈਬਿਟਸ, ਜਿਹੜੀ ਤੁਹਾਡੀ ਸਪੈਂਡਿੰਗ ਹੈਬਿਟਸ ਨੇ, ਤੁਹਾਡੀ ਲੋਨ ਰੀਪੇਮੈਂਟ ਕੈਪੈਸਿਟੀ ਜਿਹੜੀ ਹੈ ਉਹ ਠੀਕ ਹੈ ਕਿ ਨਹੀਂ ਹੈ। ਠੀਕ ਹੈ। ਅਤੇ ਤੀਜੀ ਚੀਜ਼ ਹੈ ਡਾਊਨ ਪੇਮੈਂਟ, ਇਹ ਜਿਹੜਾ ਮੈਂ ਕਿਹਾ। ਸੋ ਕੈਨੇਡਾ ਵਿੱਚ ਤੁਸੀਂ ਘੱਟ ਤੋਂ ਘੱਟ 5% ਡਾਊਨ ਪੇਮੈਂਟ 'ਤੇ ਘਰ ਲੈ ਸਕਦੇ ਹੋ, ਬਟ ਇਟ ਕੈਨ ਗੋ ਅਪ ਟੂ ਐਨੀਥਿੰਗ ਡਿਪੈਂਡਿੰਗ ਅਪੋਨ ਤੁਸੀਂ ਕਿੰਨੇ ਵਾਸਤੇ ਕੁਆਲੀਫਾਈ ਕਰ ਰਹੇ ਹੋ, ਤੁਹਾਡਾ ਕ੍ਰੈਡਿਟ ਸਕੋਰ ਕਿੰਨਾ ਹੈ ਐਂਡ ਆਲ ਦੈਟ ਸਟੱਫ। ਅਤੇ ਇਹ ਤਿੰਨ ਮੇਜਰ ਚੀਜ਼ਾਂ ਨੇ ਜਿਹੜਾ ਬੈਂਕ ਦੇਖਦਾ ਹੈ ਤੁਹਾਨੂੰ ਮੌਰਗੇਜ ਵਾਸਤੇ ਕੁਆਲੀਫਾਈ ਕਰਨ ਵਾਸਤੇ। ਓਕੇ, ਮੇਰਾ ਨੈਕਸਟ ਕੁਐਸਚਨ ਹੈਗਾ ਕਿ ਮੌਰਗੇਜ ਲੈਣ ਲਈ ਕਿਹੜੇ ਬੰਦੇ ਕੁਆਲੀਫਾਈ ਹੋ ਸਕਦੇ ਆ? ਕੋਈ ਏਜ ਹੁੰਦੀ ਆ, ਕੋਈ ਏਜ ਲਿਮਿਟ ਵੀ ਹੁੰਦੀ ਹੈ ਕਿ ਇਹੀ ਤੋਂ ਇੱਥੇ ਲੈ ਕੇ ਬੰਦਾ ਕੁਆਲੀਫਾਈ ਹੋ ਸਕਦਾ ਕਿ ਕੋਈ ਵੀ ਕੁਆਲੀਫਾਈ ਕਰ ਸਕਦਾ? ਨਹੀਂ, ਕੈਨੇਡਾ ਤੁਸੀਂ ਦੇਖਿਆ ਹੋਣਾ ਕੈਨੇਡਾ ਇਜ਼ ਐਨ ਇਕੁਅਲ ਓਪਰਚੁਨਿਟੀ ਕੰਟਰੀ। ਕੋਈ ਏਜ ਲਿਮਿਟ ਨਹੀਂ ਹੈ। ਅਗਰ ਕੋਈ ਬੈਂਕ ਤੁਹਾਡੇ 'ਤੇ ਏਜ ਲਿਮਿਟ ਪਾਉਂਦਾ, ਇਟਸ ਨਾਟ ਲੀਗਲ। ਸੋ ਅਗਰ ਤੁਸੀਂ ਰਿਟਾਇਰਡ ਵੀ ਹੋ ਬਟ ਤੁਸੀਂ ਇਨਕਮ ਕੁਆਲੀਫਾਈ ਕਰਦੇ ਹੋ, ਸੋ ਯੂ ਕੈਨ ਆਲਵੇਜ਼ ਗੈਟ ਅ ਮੌਰਗੇਜ। ਕੋਈ ਤੁਹਾਡੇ ਬੈਂਕ 'ਤੇ ਰੈਸਟ੍ਰਿਕਸ਼ਨ ਨਹੀਂ ਪਾ ਸਕਦਾ। ਬਟ BC 'ਚ ਕੀ ਹੈ, ਖਾਸ ਕਰ ਲੋਨ ਮੇਨਲੈਂਡ, ਕਿ ਤੁਹਾਡੇ ਕੋਲ PR ਜਾਂ ਸਿਟੀਜ਼ਨਸ਼ਿਪ ਹੋਣੀ ਜ਼ਰੂਰੀ ਹੈ। ਅਗਰ ਤੁਹਾਡੇ ਕੋਲ ਨਹੀਂ ਹੈ ਤਾਂ ਤੁਹਾਨੂੰ ਐਕਸਟਰਾ 20% ਟੈਕਸ ਪੇ ਕਰਨਾ ਪੈਂਦਾ, ਜਿਹਨੂੰ ਕਹਿੰਦੇ ਨੇ ਫੋਰਨ ਬਾਇਰ ਟੈਕਸ। 20% ਚੂँਕਿ ਕਾਫੀ ਵੱਡੀ ਰਕਮ ਹੈ, ਇਸ ਕਰਕੇ ਅਸੀਂ ਆਪਣੇ ਕਲਾਇੰਟਸ ਨੂੰ ਕਹਿੰਦੇ ਹਾਂ ਕਿ ਤੁਸੀਂ ਘੱਟ ਤੋਂ ਘੱਟ PR ਜਾਂ ਸਿਟੀਜ਼ਨ 'ਤੇ ਬਣ ਜਾਓ। ਇਹ ਥੋੜ੍ਹੀ ਜਿਹੀ ਰਿਸਟ੍ਰਿਕਸ਼ਨ ਨਹੀਂ ਹੈ, ਐਕਚੁਅਲੀ ਇਹ ਰੂਲ ਹੈ। ਸੋ ਯੂ ਕੈਨ ਸਟਿਲ ਬਾਏ ਵਿਦਾਊਟ ਦੈਟ, ਬਟ ਟੈਕਸ ਕਾਫੀ ਹਾਈ ਹੈ ਅਤੇ ਇਸ ਕਰਕੇ ਅਸੀਂ ਪ੍ਰੈਫਰ ਕਰਦੇ ਹਾਂ ਕਿ ਵੀ ਤੁਹਾਡੇ ਕੋਲ PR ਜਾਂ ਸਿਟੀਜ਼ਨਸ਼ਿਪ ਹੋਏ। ਓਕੇ ਜੀ, ਮੇਰਾ ਅਗਲਾ ਕੁਐਸਚਨ ਹੈ ਕਿ ਇਸ ਸਾਲ ਦੇ ਮੌਰਗੇਜ ਦੇ ਰੂਲਸ ਥੋੜ੍ਹੇ ਜਿਹੇ ਬਦਲ ਰਹੇ ਆ, ਤੁਹਾਡੇ ਉਹਦੇ ਬਾਰੇ ਥਾਟਸ ਕੀ ਹੈ? ਥੈਂਕ ਯੂ ਸ਼ਿਫਾਲੀ ਜੀ, ਤੁਸੀਂ ਬੜਾ ਇੰਪੋਰਟੈਂਟ ਪੁਆਇੰਟ ਰੇਜ਼ ਕੀਤਾ ਐਂਡ ਥੈਂਕ ਯੂ VTV ਜਿਹਨਾਂ ਮੈਨੂੰ ਇਨਵਾਈਟ ਕੀਤਾ ਇਸ ਬਾਰੇ। ਇੱਕ ਬਹੁਤ ਵੱਡਾ ਪੈਨਿਕ ਅੱਜ ਕੱਲ੍ਹ ਸਾਡੇ ਕਲਾਇੰਟਸ ਵਿੱਚ ਹੋਇਆ ਵੀ ਇਕੋਨੋਮਿਸਟਸ ਅਤੇ ਨਿਊਜ਼ਪੇਪਰਸ ਰੋਜ਼ ਖਬਰਾਂ ਆ ਰਹੀਆਂ ਨੇ ਕਿ ਰੇਟਸ ਵੱਧ ਰਹੇ ਨੇ। ਇਸ ਕਰਕੇ ਮੇਰੇ ਜਿਹੜੇ ਐਗਜ਼ਿਸਟਿੰਗ ਕਲਾਇੰਟਸ ਨੇ ਉਹਨਾਂ ਦਾ ਵੀ ਫੋਨ ਆਉਂਦਾ ਕਿ ਕੀ ਕਰੀਏ। ਜਿਹੜੇ ਪ੍ਰੋਸਪੈਕਟਿਵ ਕਲਾਇੰਟਸ ਜਿਹੜੇ ਘਰ ਲੱਭ ਰਹੇ ਨੇ ਉਹ ਵੀ ਕਹਿੰਦੇ ਨੇ ਵੀ ਵੇਟ ਕਰੀਏ, ਰੇਟ ਵਧਣ ਦੀ, ਘਰ ਦੇ ਪ੍ਰਾਈਸ ਘੱਟ ਹੋ ਜਾਣਗੇ। ਇਟਸ ਅ ਬਿਗ ਮਿਸਕਨਸੈਪਸ਼ਨ, ਇਟਸ ਅ ਬਿਗ ਰਿਊਮਰ। ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਜਿਹੜੇ ਨਿਊਜ਼ਪੇਪਰ ਨੇ ਉਹ ਕਲੈਰਿਟੀ ਨਹੀਂ ਦੇ ਰਹੇ ਕਿਹੜੇ ਰੇਟਸ ਵਧਣਗੇ, ਰਾਈਟ। ਸੋ ਮੈਂ 5 ਮਿੰਟ ਲਾਵਾਂਗਾ ਸ਼ਿਫਾਲੀ ਜੀ ਟੂ ਕਲੈਰੀਫਾਈ what kind of rate increase we are expecting। ਪਰ ਥੋੜ੍ਹਾ ਪਹਿਲੇ ਬੇਸਿਕਸ 'ਚ ਚੱਲਦੇ ਹਾਂ। ਜੇ ਅਗਰ ਮੌਰਗੇਜ ਰੇਟਾਂ ਦੀ ਗੱਲ ਕਰੀਏ,
ਸੇ देयर आर बेसिकली टू टाइप्स ऑफ ਮੋਰਗੇਜ ਰੇਟਸ, ਵਨ ਇਜ਼ ਫਿਕਸਡ ਰੇਟ ਤੇ ਵਨ ਇਜ਼ ਵੇਰੀਏਬਲ ਰੇਟ, ਠੀਕ ਹੈ। ਤੇ ਜਿਹੜੇ ਫਿਕਸਡ ਰੇਟ ਹੁੰਦੇ ਨੇ, ਅਗਰ ਮੈਂ ਸਿੰਪਲ ਲੈਂਗੁਏਜ ਵਿੱਚ ਗੱਲ ਕਰਾਂ, ਦੇ ਆਰ ਬੇਸਿਕਲੀ ਡਿਕਟੇਟਡ ਐਂਡ ਡਾਇਰੈਕਟਡ ਬਾय ਸਟਾਕ ਮਾਰਕੀਟ। ਮਤਲਬ देयर इज अ बिग ਕੰਪਲੈਕਸ ਥਿਓਰੀ ਬਿਹਾਈंड इट। ਕੈਨੇਡਾ ਬੌਂਡ ਯੀਲਡਸ ਦੀ ਗੱਲ ਕਰਨੇ ਆ, ਅਗਰ ਉਹਨਾਂ ਦੀ ਯੀਲਡ ਜ਼ਿਆਦਾ ਹੋ ਜਾਏ ਤੇ ਰੇਟ ਵੱਧ ਜਾਂਦੇ ਨੇ, ਬਟ ਕਾਮਨ ਮੈਨ ਵਾਸਤੇ ਥੋੜਾ ਟੈਕਨੀਕਲ ਹੈ ਸਮਝਣਾ, ਤਾਂ ਮੈਂ ਸਿੰਪਲ ਗੱਲ ਕਰਨਾ, ਅਗਰ ਸਟਾਕ ਮਾਰਕੀਟਸ ਦੇ ਜਿਹੜੀ ਰੁਝਾਨ ਹੈ ਉਸ ਤਰਫ ਉਹ ਚੀਜ਼ ਜਿਹੜੀ ਫਿਕਸ ਰੇਟਸ ਨੂੰ ਡਾਇਰੈਕਟ ਕਰਦੀ ਹੈ, ਡਿਕਟੇਟ ਕਰਦੀ ਹੈ। ਬਟ ਜਿਹੜੀ ਵੇਰੀਏਬਲ ਰੇਟ ਹੁੰਦੇ ਨੇ, ਦੇ ਆਰ ਬੇਸਿਕਲੀ ਡਿਕਟੇਟਡ ਬਾय ਪ੍ਰਾਈਮ ਰੇਟ ਆਫ ਬੈਂਕ ਆਫ ਕੈਨੇਡਾ, ਜਿਹਦੀ ਗੱਲ ਅੱਜ ਕੱਲ੍ਹ ਆਪਾਂ ਕਰ ਰਹੇ ਹਾਂ ਕਿ ਰੇਟ ਵਧਣ ਵਾਲੇ ਨੇ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ जिन 40% ਲੋਕਾਂ ਕੋਲ ਫਿਕਸ ਰੇਟ ਦੀ ਮੌਰਗੇਜ ਹੈ, 30 to 40% ਲੋਕਾਂ ਕੋਲ, ਦੇ ਡੋਂਟ ਈਵਨ ਫਾਲ ਇਨਟੂ ਦੈਟ ਕੈਟੇਗਰੀ ਕਿ ਰੇਟ ਵਧਣਾ ਉਹਨਾਂ ਨੂੰ ਕੋਈ ਇਫੈਕਟ ਨਹੀਂ ਕਰੇਗਾ। ਅਗਰ ਤੁਸੀਂ ਅੱਜ ਮੌਰਗੇਜ ਕਰਾਈ ਹੈ, 5 ਸਾਲ ਦੀ ਟਰਮ ਲਿੱਤੀ ਹੈ, 3 ਸਾਲ ਦੀ ਟਰਮ ਲਿੱਤੀ ਹੈ, ਤੇ ਅਗਲੇ 3 ਜਾਂ 5 ਸਾਲ ਤੱਕ ਰੇਟ ਵਧਣ ਜਾਂ ਘਟਣ, ਤੁਹਾਨੂੰ ਕੋਈ ਫਰਕ ਨਹੀਂ ਪੈ ਰਿਹਾ, ਰਾਈਟ। ਸੀ that ਤਾਂ ਉਹਨਾਂ ਲੋਕਾਂ ਨੂੰ ਵੈਸੇ ਹੀ ਪੈਨਿਕ ਹੋਣ ਦੀ ਲੋੜ ਨਹੀਂ, ਠੀਕ ਹੈ। ਦੂਜੇ ਹਨ ਸਾਡੇ ਵੇਰੀਏਬਲ ਰੇਟ ਮੌਰਗੇਜ, ਠੀਕ ਹੈ। ਉਹਦਾ ਰੇਟ ਤੁਹਾਨੂੰ ਸਮਝਾਣਾ ਕਿਸ ਤਰ੍ਹਾਂ ਵਧਦੇ ਨੇ। ਵੇਰੀਏਬਲ ਰੇਟ ਮੌਰਗੇजेस ਦੇ ਆਰ ਬੇਸਿਕਲੀ ਡਿਪੈਂਡੈਂਟ ਔਨ ਦ ਪ੍ਰਾਈਮ ਰੇਟ ਆਫ overnight, it's called overnight lending rate of Bank of Canada. Bank of Canada ਉਹ ਰੇਟ ਡਿਸਾਈਡ ਕਰਦਾ ਹੈ ਬੇਸਡ ਅਪੋਨ ਕਿ ਇਕੋਨੋਮੀ ਕਿਸ ਤਰ੍ਹਾਂ ਚੱਲ ਰਹੀ ਹੈ ਕੰਟਰੀ ਦੀ, ਰਾਈਟ, ਜਾਂ ਇਨਫਲੇਸ਼ਨ ਰੇਟ ਕਿਸ ਤਰ੍ਹਾਂ ਹੈ, ਠੀਕ ਹੈ। ਐਂਡ ਦੇ ਕੰਟਰੋਲ ਦੋਜ਼ ਰੇਟਸ ਟੂ ਕੰਟਰੋਲ ਆਲ ਦੀਸ ਇਨਫਲੇਸ਼ਨ ਐਂਡ ਆਲ ਦੈਟ ਸਟਫ। ਹੋ ਕੀ ਰਿਹਾ, ਬਿਕੋਜ਼ ਆਫ ਕੋਵਿਡ 2020 ਮਾਰਚ ਨੂੰ ਰੇਟ ਘਟਾਏ ਸੀ ਬੈਂਕ ਆਫ ਕੈਨੇਡਾ ਨੇ। ਅੱਜ 1.5 ਸਾਲ ਹੋ ਚੱਲਾ, ਹੁਣੇ ਤੱਕ ਰੇਟ ਨਹੀਂ ਵਧੇ, ਰਾਈਟ। In spite of the fact कि economy थोड़ी better हो गई है, we are slightly coming out of COVID, we don't know yet, but फिर भी economy better हो गई है, inflation काफ़ी बढ़ गई है। इस करके economist कह रहे हैं कि it's about time कि Bank of Canada ਨੂੰ rate ਵਧਾਣੇ ਚਾਹੀਦੇ ਨੇ। ਉਹ ਵਧਾਏਗਾ ਨਹੀਂ ਵਧਾਏਗਾ, we don't know, because the next meeting ਜਿਹੜੀ ਹੈਗੀ ਉਹ 26 ਜਨਵਰੀ ਨੂੰ ਹੈ। ਸਾਲ ਵਿੱਚ 10 ਮੀਟਿੰਗਾਂ ਹੁੰਦੀਆਂ ਨੇ ਜਿਹਦੇ ਵਿੱਚ Bank of Canada ਡਿਸਾਈਡ ਕਰਦਾ ਕਿ ਰੇਟ ਵਧਾਣੇ ਨੇ, ਘਟਾਣੇ ਨੇ ਜਾਂ ਸੇਮ ਰੱਖਣੇ ਨੇ, ਠੀਕ ਹੈ। No one knows as of yet. Bank of Canada ने कोई इंडिकेशन नहीं देता, but economists based upon their theories, based upon the history of of how finances has been in this country, वो सब अटकना ला रहे हैं कि भी ਵਧੇਗਾ ਵਧੇਗਾ ਵਧੇਗਾ। No one knows about it, ठीक है। तो पहले मेरी रिक्वेस्ट सब ਨੂੰ ਇਹੀ ਹੈ ਕਿ ਪਹਿਲੇ ਪੈਨਿਕ ਹੋਣ ਦੀ ਲੋੜ ਨਹੀਂ, we don't even know yet, ਕਿਉਂਕਿ ਅਗਰ ਅਸੀਂ ਦੇਖੀਏ ਪਿਛਲੇ 1 ਮਹੀਨੇ 'ਚ ਅਗਰ ਦੇਖੀਏ ਇਕੋਨਮੀ, ਠੀਕ ਹੈ, ਅਸੀਂ ਕੋਵਿਡ ਤੋਂ ਬਾਹਰ ਆ ਰਹੇ ਹਾਂ, ਬਟ ਅਨਫੋਰਚੂਨੇਟਲੀ ਵੀ ਹੈਵ ਦਿਸ ਰਸ਼ੀਆ Ukraine trouble going on, and then we have this truckers strike. ਤੁਸੀਂ ਸੁਣਿਆ ਹੋਵੇਗਾ ਸਭ ਨੇ ਕਿ ਪਿਛਲੇ ਹਫਤੇ ਤੋਂ trucker strike ਹੋ ਰਹੀ ਹੈ। that will also definitely affect the economy and the whole logistics of this country. ਤੇ ਬਹੁਤ ਸਾਰੇ ਫੈਕਟਰਸ ਹੁੰਦੇ ਨੇ ਜਿਹੜਾ ਬੈਂਕ ਆਫ ਕੈਨੇਡਾ ਸੋਚੇਗਾ ਰੇਟ ਵਧਾਉਣ ਤੋਂ ਪਹਿਲਾਂ, ਠੀਕ ਹੈ। now it's a big thing, okay, there is a good chance that the rates might go up, ਕਿਉਂਕਿ 1.5 ਸਾਲ ਤੋਂ ਨਹੀਂ ਵਧੇ, ਸਭ ਨੂੰ ਲੱਗ ਰਿਹਾ ਵਧਣਗੇ, ਮੈਨੂੰ ਵੀ ਲੱਗ ਰਿਹਾ ਥੋੜੇ ਜਿਹੇ ਵਧਣਗੇ, ਬਟ ਪੈਨਿਕ ਹੋਣ ਦੀ ਲੋੜ ਨਹੀਂ, ਕਿਉਂਕਿ ਵੇਰੀਏਬਲ ਰੇਟਸ ਤੇ ਫਿਕਸਡ ਰੇਟਸ ਦਾ ਜਿਹੜਾ ਡਿਫਰੈਂਸ ਹੈ ਉਹ ਆਲਰੇਡੀ ਘੱਟ ਤੋਂ ਘੱਟ 1.5% ਹੈ। ਮਤਲਬ ਅੱਜ ਦੀ ਡੇਟ ਤੁਸੀਂ ਅਗਰ ਵੇਰੀਏਬਲ ਰੇਟ ਦੀ ਮੌਰਗੇਜ ਲਓ ਤਾਂ ਤੁਹਾਨੂੰ 1.25 ਤੇ ਜਾਂ 1.2% ਤੇ ਮਿਲ ਜਾਏਗੀ, ਠੀਕ ਹੈ। ਉਹੀ ਸੇਮ ਮੌਰਗੇਜ ਤੁਸੀਂ ਫਿਕਸ ਦੀ ਲਓ ਤਾਂ ਘੱਟ ਤੋਂ ਘੱਟ 2.6% ਹੈ। ਤੇ ਬੈਂਕ ਆਫ ਕੈਨੇਡਾ ਯੂਜੂਅਲੀ ਜਿਹੜਾ ਰੇਟ ਵਧਾਉਂਦਾ ਹੈ ਉਹ 0.25% ਦੇ ਇਨਕਰੀਮੈਂਟ ਵਿੱਚ ਵਧਾਏਗਾ, ਤੇ ਤੁਹਾਡੀ 1.25 ਦੀ ਮੌਰਗੇਜ ਨੂੰ 2.6 ਤੱਕ ਪਹੁੰਚਣ ਲਈ ਘੱਟ ਤੋਂ ਘੱਟ 5 ਰੇਟ ਹਾਈਕਸ ਦਾ ਸਾਹਮਣਾ ਕਰਨਾ ਪਏਗਾ, ਵਿਚ ਇੰਨਾ ਆਸਾਨ ਨਹੀਂ ਹੈ ਜੋ ਕਿ ਹੋਣਾ। ਵੀ ਬੈਂਕ ਆਫ ਕੈਨੇਡਾ ਨੇ 1.5 ਸਾਲ ਬਾਅਦ ਰੇਟ ਵਧਾ ਰਿਹਾ ਤਾਂ ਉਹਨਾਂ ਨੂੰ ਵੀ ਸੋਚਣਾ ਪੈਣਾ ਹੈ, ਰਾਈਟ, ਕਿ ਵੀ ਵਧਾਵਾਂਗੇ ਤੇ ਇਕੋਨਮੀ 'ਚ ਕੀ ਇੰਪੈਕਟ ਹੋਏਗਾ। ਦੇ ਡੋਂਟ ਈਵਨ ਨੋ, 1.5 ਸਾਲ ਹੋ ਗਏ, ਰੇਟਸ ਆਰ ਲੋ, ਦੇ ਡੋਂਟ ਈਵਨ ਨੋ ਵਟ ਦਾ ਇੰਪੈਕਟ ਇਜ਼ ਗੋਇੰਗ। ਮਤਲਬ ਮੇਰੀ ਜਜਮੈਂਟ ਇਹ ਕਹਿ ਰਹੀ ਹੈ, ਐਂਡ ਆਈ ਕੁਡ ਬੀ ਰੋਂਗ, ਆਮ ਨਾਟ ਐਨ ਇਕੋਨਮਿਸਟ ਬਾਈ ਐਨੀ ਮੀਨਸ, ਅਗਰ ਵਧਾਉਣਗੇ ਤਾਂ ਪਹਿਲੇ 0.25 ਵਧਾਉਣਗੇ, ਦੇਖਣਗੇ ਉਹਦਾ ਇੰਪੈਕਟ ਕੀ ਹੈ 3-4 ਮਹੀਨੇ ਵਾਸਤੇ, ਦੈਨ ਦੇ ਮਾਈਟ, ਔਰ ਐਂਡ ਅਗੇਨ अगले 3-4 महीने भी इकॉनमी अगर अच्छी कर चलती रही, एंड थैंकफुली इफ वी आर आउट ऑफ कोविड एंड इकॉनमी अगर इंप्रूव होगी, फिर शायद एक और वार ਵਧਾਉਣਗੇ। ਸੋ ਪ੍ਰੈਕਟੀਕਲ ਥਿਓਰੀ ਕਹਿੰਦੀ ਹੈ ਕਿ ਵੀ ਉਹ ਜਿਹੜਾ 5 ਵਾਰ ਰੇਟ ਵਧਣ ਦੀ ਜਿਹੜੀ ਪ੍ਰੋਸੈਸ ਹੈ, ਦੈਟ ਮਾਈਟ ਟੇਕ ਐਨੀਵੇਅਰ ਫਰੋਮ 1 year to 2 years। ਤੇ ਜਿਹੜੇ ਸਾਡੇ ਭਰਾ, ਜਿਹੜੇ ਸਾਡੇ ਭੈਣਾਂ ਅਗਰ ਰੇਟ ਵਧਣ ਦੀ ਘਬਰਾ ਰਹੇ ਨੇ ਕਿ ਉਹ ਵੇਰੀਏਬਲ ਰੇਟ ਮੌਰਗੇਜ ਹੈਗੇ ਨੇ, ਅਚਾਨਕ ਉਹਨਾਂ ਦਾ ਰੇਟ 2.5 ਹੋਏਗਾ, ਇਸ ਤਰ੍ਹਾਂ ਨਹੀਂ ਹੋਏਗਾ। ਇਟ ਕੈਨ ਨਾਟ ਹੈਪਨ, ਕਿਉਂਕਿ ਇਹ ਖਾਲੀ ਸਾਡੀ ਇੱਕ ਮੌਰਗੇਜ ਨਹੀਂ ਹੈ। ਵੀ ਆਰ ਟਾਕਿੰਗ ਅਬਾਊਟ ਬਿਲੀਅਨਸ ਆਫ ਡਾਲਰਸ ਦੈਟਸ ਗੈਟਸ ਟ੍ਰਾਂਜੈਕਟਡ ਅਮੰਗਸਟ ਦ ਬੈਂਕਸ। ਉਹਨਾਂ ਦਾ ਜਿਵੇਂ TD ਬੈਂਕ ਨੇ ਅਗਰ ਕੋਈ $10 billion ਜਾਂ $10 million ਚਾਹੀਦੇ ਨੇ, ਦੇ ਆਸਕ ਦੈਟ ਮਨੀ ਓਵਰਨਾਈਟ ਫਰੋਮ RBC ਫੋਰ ਐਗਜ਼ਾਮਪਲ, ਰਾਈਟ, ਤੇ ਉਹ ਉਹਨਾਂ ਨੂੰ ਵੀ ਇਫੈਕਟ ਕਰੇਗਾ। ਸੋ ਇਟ ਕੈਨ ਨਾਟ ਜਸਟ ਹੈਪਨ ਓਵਰਨਾਈਟ, ਰਿਪਰਕਸ਼ਨਸ ਕੁਛ ਵੀ ਹੋ ਸਕਦੇ ਨੇ, ਐਂਡ ਨੋ ਵਨ ਨੋਜ਼ ਅਬਾਊਟ ਇਟ। ਸੇ ਇਸ ਕਰਕੇ ਪਲੀਜ਼ ਪੈਨਿਕ ਨਾ ਹੋਵੋ। ਫਸਟ ਆਫ ਆਲ ਮੈਂ ਰਿਪੀਟ ਕਰਾਂਗਾ, ਫਿਕਸ ਰੇਟ ਤੁਹਾਡੀ ਮੌਰਗੇਜ ਹੈ, ਇਟਸ ਨਾਟ ਗੋਇੰਗ ਟੂ ਬੀ ਅਫੈਕਟਡ ਐਟ ਆਲ, ਕੋਈ ਫਰਕ ਨਹੀਂ ਪੈਣਾ। ਤੁਹਾਡੀ ਜਦ ਟਰਮ ਖਤਮ ਹੋਏਗੀ ਉਹਦੇ ਬਾਅਦ ਹੀ ਰੇਟ ਚੇਂਜ ਹੋਏਗਾ। ਤੁਹਾਡੀ 3 ਸਾਲ ਟਰਮ ਹੋ, 5 ਸਾਲ, 7 ਸਾਲ, ਜੋ ਵੀ ਟਰਮ ਵਿੱਚ ਹੋ, ਉਹ ਜਦ ਤੁਹਾਡੀ ਟਰਮ ਖਤਮ ਹੋਏਗੀ ਉਹਦੇ ਬਾਅਦ ਤੁਹਾਡਾ ਚੇਂਜ ਹੋਏਗਾ। ਅਗਰ ਤੁਸੀਂ ਵੇਰੀਏਬਲ ਰੇਟ ਮੌਰਗੇਜ ਹੋ ਔਰ ਰੇਟ ਵੱਧਦਾ ਹੈ, ਐਜ਼ ਆਈ ਸੈਡ, it's my opinion and I could be wrong again,
ਉਹ 0.25 ਜਾਂ 0.5 ਵਧੇਗਾ, ਉਹਨਾਂ ਵੱਧ ਵੀ ਗਿਆ ਫਿਰ ਵੀ ਤੁਹਾਡਾ ਫਿਕਸ ਰੇਟ ਜਿਹੜਾ 2.6 ਹੈ ਉਹਦੇ ਤੱਕ ਪਹੁੰਚਣ ਵਾਸਤੇ ਇਟ ਵਿਲ ਟੇਕ ਅ ਲੌਂਗ ਟਾਈਮ। ਤਾਂ ਪੈਨਿਕ ਹੋਣ ਦੀ ਲੋੜ ਨਹੀਂ ਐਂਡ ਇਟ ਇਜ਼ ਨੋਟ ਗੋਇੰਗ ਟੂ ਅਫੈਕਟ ਐਵਰੀਵਨ, ਇਟਸ ਗੋਇੰਗ ਟੂ ਅਫੈਕਟ ਓਨਲੀ ਪੀਪਲ ਹੂ ਆਰ ਇਨ ਵੇਰੀਏਬਲ ਰੇਟ। ਫਿਰ ਵੀ ਪੈਨਿਕ ਹੋਣ ਦੀ ਲੋੜ ਨਹੀਂ ਹੈ ਬਿਕੋਜ਼ ਇੱਕ ਹੋਰ ਵਜ੍ਹਾ ਹੈ ਉਹਦੇ ਪਿੱਛੇ ਮੈਂ ਰਿਕੁਐਸਟ ਕਰ ਰਿਹਾ ਪੈਨਿਕ ਨਾ ਹੋ, ਕਿਉਂਕਿ ਅਗਰ ਤੁਸੀਂ ਵੇਰੀਏਬਲ ਰੇਟ ਮੌਰਗੇਜਿਸ ਹੋ ਤੁਹਾਡੇ ਕੋਲ ਬਹੁਤ ਸਾਰੀ ਐਡਵਾਂਟੇਜਸ ਹੈਗੀਆਂ ਨੇ ਐਜ਼ ਕੰਪੇਅਰ ਟੂ ਅ ਫਿਕਸਡ ਰੇਟ ਮੌਰਗੇਜ। ਤੇ ਰਿਕੁਐਸਟ ਮੇਰੀ ਇਹ ਹੈ ਕਿ ਪੈਨਿਕ ਨਾ ਹੋ। ਆਫ ਕੋਰਸ ਯੂ ਨੀਡ ਆਨਸਰਸ, ਤੁਹਾਨੂੰ ਸਭ ਨੂੰ ਆਨਸਰ ਚਾਹੀਦੇ ਨੇ। ਸੋ ਪਲੀਜ਼ ਕਾਲ ਯੂਰ ਬੈਂਕ, ਜਿਹੜਾ ਤੁਹਾਡਾ ਮੌਰਗੇਜ ਜਿੱਥੇ ਤੁਸੀਂ ਮੌਰਗੇਜ ਕਰਾਈਏ ਤੁਹਾਡਾ ਬੈਂਕ ਹੈ, ਤੁਹਾਡਾ ਮੌਰਗੇਜ ਐਕਸਪਰਟ ਹੈ, ਔਰ ਯੂ ਫੀਲ ਫਰੀ ਟੂ ਕਾਲ ਮੀ ਐਜ਼ ਵੈਲ। ਮੈਂ ਇੰਟਰਵਿਊ ਦੇ ਐਂਡ ਵਿੱਚ ਆਪਣਾ ਨੰਬਰ ਛੱਡਾਂਗਾ, ਫੀਲ ਫਰੀ ਟੂ ਕਾਲ ਮੀ, ਕੋਈ ਓਬਲੀਗੇਸ਼ਨ ਨਹੀਂ ਹੈ। ਇਟਸ ਮਾਈ ਜੌਬ, ਇਟਸ ਆਵਰ ਜੌਬ ਐਜ਼ ਅ ਪ੍ਰੋਫੈਸ਼ਨਲ। ਮੇਰੇ ਜਿੰਨੇ ਵੀ ਮੌਰਗੇਜ ਬ੍ਰੋਕਰ ਭਰਾ ਨੇ, ਜਿੰਨੇ ਵੀ ਬੈਂਕ ਨੇ, ਇਟਸ ਆਵਰ ਜੌਬ ਟੂ ਐਜੂਕੇਟ ਆਵਰ ਕਲਾਇੰਟਸ। We are experts and this is where our expertise should come into picture now. This is the time when we should educate our clients कि हाँ भाई ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ and if the rates go up what are the repercussions। ਖਾਲੀ ਅਖਬਾਰਾਂ ਪੜ੍ਹ ਕੇ ਖਾਲੀ ਟੀਵੀ ਦੇਖ ਕੇ ਅਫੈਕਟਡ ਨਾ ਹੋ। it may not affect you at all, it may, but ਜਿਹੜਾ ਵੀ ਅਫੈਕਟ ਹੈ ਤੁਹਾਡਾ ਮੌਰਗੇਜ ਜਿਹੜਾ ਐਕਸਪਰਟ ਜਿਹੜਾ ਹੈ he will be the right person to guide you ਕਿ ਤੁਸੀਂ ਅੱਗੇ ਕੀ ਕਰਨਾ ਹੈ। ਤੇ ਮੇਰੀ ਰਿਕੁਐਸਟ ਹੈ ਆਪਣੇ ਮੌਰਗੇਜ ਐਕਸਪਰਟ ਜਾਂ ਬੈਂਕ ਨਾਲ ਗੱਲ ਕਰੋ। ਤੁਸੀਂ ਜਾਂਦੇ ਜਾਂਦੇ ਕੋਈ ਆਪਣਾ ਅੱਛਾ ਜਿਹਾ ਮੈਸੇਜ ਦੇਣਾ ਚਾਹੋਗੇ? ਹਾਂਜੀ, ਮੇਰੇ ਕੋਲ ਜੋ ਵੀ ਸਪੈਸ਼ਲੀ ਫਸਟ ਟਾਈਮ ਹੋਮ ਬਾਹਰ ਆਉਂਦੇ ਨੇ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ, ਹੂ ਆਰ ਨਾਟ ਐਜੂਕੇਟਿਡ, ਉਹਨਾਂ ਨੂੰ ਰਿਕੁਐਸਟ ਮੇਰੀ ਇਹੀ ਹੈ ਕਿ ਅਗਰ ਤੁਸੀਂ ਘਰ ਲੈਣ ਬਾਰੇ ਸੋਚ ਰਹੇ ਹੋ ਸੋ ਪਲੀਜ਼ ਟਾਕ ਟੂ ਅ ਮੌਰਗੇਜ ਐਕਸਪਰਟ ਰੀਅਲਟਰ ਤੋਂ ਜਾਣ ਤੋਂ ਪਹਿਲਾਂ, ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਿੰਨੀ ਮੌਰਗੇਜ ਵਾਸਤੇ ਕੁਆਲੀਫਾਈ ਕਰ ਰਹੇ ਹੋ ਕਿ ਨਹੀਂ ਕਰ ਰਹੇ। ਅਗਰ ਕਰਨਾ ਹੈ ਤਾਂ ਵਟ ਸ਼ੁੱਡ ਬੀ ਦਾ ਰਾਈਟ ਵੇ। ਤੁਸੀਂ ਕਿਸੇ ਵੀ ਮੌਰਗੇਜ ਐਕਸਪਰਟ ਨੂੰ ਜਾਂ ਆਪਣੇ ਬੈਂਕ ਜਿਹਦੇ ਨਾਲ ਤੁਸੀਂ ਬੈਂਕਿੰਗ ਕਰਦੇ ਹੋ ਕਿਸੇ ਨੂੰ ਜਾ ਕੇ ਉਹਨਾਂ ਦੇ ਮੌਰਗੇਜ ਐਕਸਪਰਟ ਨਾਲ ਗੱਲ ਕਰੋ, ਪੂਰੀ ਤਰ੍ਹਾਂ ਐਜੂਕੇਟ ਹੋ। ਅਖਬਾਰਾਂ ਪੜ੍ਹ ਕੇ, ਨਿਊਜ਼ਪੇਪਰ ਪੜ੍ਹ ਕੇ, ਟੀਵੀ ਦੇਖ ਕੇ ਡੋਂਟ ਗੈਟ ਅਫੈਕਟਡ, ਕਿਉਂਕਿ ਉਹ ਕਵਰ ਕਰਦੇ ਨੇ ਪੂਰੇ ਮਾਸ ਨੂੰ। you may not be a part of that mass or you may just be a small part of it। ਤੇ ਤੁਹਾਨੂੰ ਕਿਹੜੀ ਚੀਜ਼ ਚਾਹੀਦੀ ਹੈ ਮੌਰਗੇਜ ਕੁਆਲੀਫਾਈ ਕਰਨ ਵਾਸਤੇ? ਕ੍ਰੈਡਿਟ ਸਕੋਰ ਹੋ ਗਿਆ, ਜਿਵੇਂ ਦੱਸਿਆ ਸੀ ਮੈਂ, ਇਨਕਮ ਹੋ ਗਈ, ਡਾਊਨ ਪੇਮੈਂਟ ਹੋ ਗਈ। ਤੁਸੀਂ ਐਕਸਪਰਟ ਕਿਸੇ ਵੀ ਫੀਲਡ ਵਿੱਚ ਅਗਰ ਕੋਈ ਡਿਸੀਜਨ ਲੈਣਾ ਉਹਦੇ ਐਕਸਪਰਟ ਨਾਲ ਗੱਲ ਕਰੋ। ਜਸਟ ਨਿਊਜ਼ਪੇਪਰ ਹੈਗੇ ਨੇ, ਇੰਟਰਨੈਟ ਹੈ, ਗੂਗਲ ਹੈ, ਦੇ ਆਰ ਜਸਟ ਟੂ give us basic understanding। ਅਗਰ ਤੁਹਾਨੂੰ ਐਕਸਪਰਟੀਜ਼ ਚਾਹੀਦੀ ਹੈ talk to an expert। this is my request to everyone। Thank you for being on our show and thank you for sharing such a good information with our viewers। Thank you Shefali, thank you everyone, thanks for watching, thank you VTV for inviting me over। ਇਸੇ ਤਰੀਕੇ ਨਾਲ ਅਸੀਂ ਹੋਰ ਟੌਪਿਕਸ ਬਾਰੇ ਹੋਰ ਇਨਫੋਰਮੇਸ਼ਨ ਲੈ ਕੇ ਆਵਾਂਗੇ। ਉਨੀ ਦੇਰ ਤੱਕ ਜੁੜੇ ਰਹੋ ਸਾਡੇ ਨਾਲ VTV ਕੈਨੇਡਾ ਨਾਲ। ਥੈਂਕ ਯੂ।